नमस्कार दोस्तों, आरबी लाइव मीडिया में आपका स्वागत है। अपडेट फाजिल्का से आ रही है। फाजिल्का के शहरी क्षेत्र में डेंगू व मलेरिया के मरीजों की संख्या लगातार बढ़ने के बाद नगर कौंसिल द्वारा डेंगू मलेरिया जागरूकता अभियान की शुरुआत की गई है। इस अभियान की शुरुआत फाजिल्का के एसडीएम केशव गोयल के नेतृत्व में की गई। इस मौके पर नगर कौंसिल के ईओ रजनीश कुमार, सैनिटरी इंस्पेक्टर नरेश खेड़ा सहित अन्य अधिकारी उपस्थित रहे, जिनके द्वारा डेंगू प्रभावित क्षेत्रों में जाकर जागरूकता मुहिम की शुरुआत की गई। लोगों को जागरूक किया गया। डेंगू मलेरिया से बचाव के लिए उपाय बताए गए। लोगों को अपने आसपास साफ सफाई रखने की बात कही गई। इस मौके पर स्वास्थ्य विभाग के अधिकारी भी उपस्थित रहे। फाजिल्का में जगह जगह पर जाकर यह सेमिनार आयोजित किए जा रहे हैं। फाजिल्का में नगर कौंसिल द्वारा डेंगू मलेरिया जागरूकता मुहिम की शुरुआत कर दी गई है। आपको लाइव कवरेज दिखा रहा हूँ, बने रहे हमारे साथ, देखते रहे हमारा चैनल। डेंगू ਨੂੰ ਲੈ ਕੇ ਜੋ ਸਾਨੂੰ ਅੱਜ ਮਾਨਯੋਗ ਡਿਪਟੀ ਕਮਿਸ਼ਨਰ ਫਾਜ਼ਿਲਕਾ ਜੀ, ਐਸਡੀਐਮ ਫਾਜ਼ਿਲਕਾ, ਮਾਨਯੋਗ ਸਿਵਲ ਸਰਜਨ ਫਾਜ਼ਿਲਕਾ, ਉਹਨਾਂ ਵੱਲੋਂ ਸਾਂਝੇ ਤੌਰ ਤੇ ਜੋ ਨਰੇਸ਼ ਖੇੜਾ ਜੀ, ਸੈਂਟਰੀ ਇੰਸਪੈਕਟਰ ਨਗਰ ਕੌਂਸਲ ਫਾਜ਼ਿਲਕਾ ਤੇ ਸਾਨੂੰ ਇਹ ਹਦਾਇਤਾਂ ਹੋਈਆਂ ਸਨ ਕਿ ਜਿੰਨਾ ਏਰੀਆ ਦੇ ਵਿੱਚ ਜ਼ਿਆਦਾ ਕੇਸ ਹਨ ਡੇਂਗੂ ਦੇ, ਉਸ ਏਰੀਆ ਦੇ ਵਿੱਚ ਵਿਸ਼ੇਸ਼ ਆਮ ਲੋਕਾਂ ਨੂੰ ਡੇਂਗੂ ਪ੍ਰਤੀ ਅਵੇਅਰ ਕੀਤਾ ਜਾਵੇ ਔਰ ਇਸ ਦੇ ਨਾਲ ਹੀ ਜੋ ਬੁਖਾਰ ਦੇ ਕੇਸ ਹਨ ਉਹਨਾਂ ਨੂੰ ਇਹ ਦੱਸਿਆ ਜਾਵੇ ਕਿ ਜਦੋਂ ਵੀ ਕਿਸੇ ਨੂੰ ਬੁਖਾਰ ਹੁੰਦਾ ਹੈ ਤਾਂ ਉਹ ਆਪਣਾ ਸੈਂਪਲ ਸਿਵਲ ਹਸਪਤਾਲ ਫਾਜ਼ਿਲਕਾ ਦੇ ਕਮਰਾ ਨੰਬਰ 21 ਦੇ ਵਿੱਚ ਜਾ ਕੇ ਲੈ ਸਕਦੇ ਹਨ ਔਰ ਇਸ ਦਾ ਜਿਹੜਾ ਇਲਾਜ ਹੈ ਉਹ ਪ੍ਰਸ਼ਾਸਨ ਵੱਲੋਂ, ਸਿਹਤ ਵਿਭਾਗ ਵੱਲੋਂ ਬਿਲਕੁਲ ਫ੍ਰੀ ਹੈ। ਆਮ ਲੋਕ ਇਹ ਸੋਚਦੇ ਹੈ ਕਿ ਜਦੋਂ ਬੁਖਾਰ ਹੋ ਜਾਂਦਾ ਹੈ ਤਾਂ ਅਸੀਂ ਸੈਂਪਲ ਦੇਣ ਵਾਸਤੇ ਜਾਂਦੇ ਹਾਂ, ਸਾਨੂੰ ਲਾਈਨ ਵਿੱਚ ਲੱਗਣਾ ਪੈਂਦਾ ਹੈ, ਪਰ ਸਿਹਤ ਪ੍ਰਸ਼ਾਸਨ ਵੱਲੋਂ ਇਹਦੇ ਵਾਸਤੇ ਵਿਸ਼ੇਸ਼ ਪ੍ਰਬੰਧ ਹਨ ਕਿ ਜਦੋਂ ਵੀ ਕੋਈ ਡੇਂਗੂ ਦਾ ਬੁਖਾਰ ਦਾ ਸੈਂਪਲ ਦੇਣ ਜਾਂਦਾ ਹੈ ਉਹਨੂੰ ਸਪੈਸ਼ਲ ਲਾਈਨ ਦੇ ਵਿੱਚ ਲੱਗਣ ਦੀ ਜ਼ਰੂਰਤ ਨਹੀਂ, ਉਹ ਸਿੱਧਾ ਹੀ ਜਾ ਕੇ 21 ਨੰਬਰ ਕਮਰੇ ਦੇ ਵਿੱਚ ਆਪਣਾ ਸੈਂਪਲ ਦੇ ਸਕਦਾ ਹੈ। ਇਹਦੇ ਨਾਲ ਹੀ ਆਮ ਲੋਕਾਂ ਨੂੰ ਅਸੀਂ ਇਹ ਵੀ ਅਪੀਲ ਕਰਦੇ ਹਾਂ ਕਿ ਜਿਵੇਂ ਨਗਰ ਕੌਂਸਲ ਵੱਲੋਂ 1.5-2 ਮਹੀਨਿਆਂ ਤੋਂ ਲਗਾਤਾਰ ਹੋ ਗਿਆ ਫੋਗਿੰਗ ਜਾਰੀ ਹੈ, ਸਾਰੇ ਵਾਰਡਾਂ ਦੇ ਵਿੱਚ ਫੋਗਿੰਗ ਕੀਤੀ ਗਈ ਹੈ। ਸਿਹਤ ਵਿਭਾਗ ਦੀਆਂ ਟੀਮਾਂ ਸਾਡੇ ਉੱਚ ਅਫਸਰ ਸਾਹਿਬਾਨਾਂ ਦੇ ਹੁਕਮ ਦੇ ਨਾਲ ਘਰ ਘਰ ਜਾ ਕੇ ਜਿਹੜੀਆਂ ਅਵੇਅਰਨੈਸ ਕਰ ਰਹੀਆਂ ਹਨ, ਫੀਵਰ ਸਰਵੇ ਹੋ ਰਿਹਾ ਹੈ, ਡੇਂਗੂ ਦੀ ਰੋਕਥਾਮ ਲਈ ਉਪਰਾਲੇ ਹੋ ਰਹੇ ਹਨ, ਉਹਦੇ ਵਿੱਚ ਫੀਵਰ ਦੇ ਕੇਸ ਲੱਭ ਕੇ ਉਹਨਾਂ ਨੂੰ ਜਲਦੀ ਸੈਂਪਲ ਦੇਣ ਵਾਸਤੇ ਪ੍ਰੇਰਿਆ ਜਾ ਰਿਹਾ ਹੈ। ਔਰ ਇਸ ਤੋਂ ਇਲਾਵਾ ਘਰਾਂ ਦੇ ਵਿੱਚ ਜਿਹੜੀਆਂ ਫ੍ਰਿਜ ਦੇ ਪਿੱਛੇ ਲੱਗੀ ਟਰੇ ਹੈ ਜਾਂ ਕੂਲਰ ਹੈ ਜਾਂ ਹੋਰ ਪਾਣੀ ਦੇ ਸਰੋਤ ਹਨ ਜਿਨ੍ਹਾਂ ਦੇ ਵਿੱਚ ਏਡੀਜ਼ ਮੱਛਰ ਦਾ ਲਾਰਵਾ ਬਣ ਸਕਦਾ ਹੈ, ਉਹਨਾਂ ਨੂੰ ਖਾਲੀ ਕਰਕੇ ਸੁਕਾਉਣ ਲਈ ਕਿਹਾ ਜਾ ਰਿਹਾ ਹੈ। ਔਰ ਇਸ ਦੇ ਨਾਲ ਹੀ ਲਗਾਤਾਰ ਪਿਛਲੇ 2-3 ਸਾਲ ਤੋਂ ਇੱਕ ਅਭਿਆਨ ਸਰਕਾਰ ਵੱਲੋਂ ਚਲਾਇਆ ਗਿਆ ਸੀ ਜੋ ਸੀ ਫਰਾਈਡੇ ਇਜ਼ ਡਰਾਈ ਡੇ, ਜਿਹਦਾ ਮੁੱਖ ਮਕਸਦ ਇਹ ਸੀ ਕਿ ਹਰ ਸ਼ੁੱਕਰਵਾਰ ਨੂੰ ਘਰਾਂ ਦੇ ਵਿੱਚ ਫਰਿੱਜਾਂ ਦੇ ਪਿੱਛੇ ਲੱਗੀ ਟਰੇ, ਕੂਲਰ ਤੇ ਹੋਰ ਪਾਣੀ ਦੇ ਸਰੋਤ ਜਿਹੜੇ ਉਹ ਖਾਲੀ ਕਰਕੇ ਸੁਕਾਏ ਜਾਣ। ਇਹ ਚੀਜ਼ ਵੀ ਅਸੀਂ ਘਰਾਂ ਦੇ ਵਿੱਚ ਸਾਡੀਆਂ ਟੀਮਾਂ ਜਿਹੜੀਆਂ ਸਾਂਝੇ ਤੌਰ ਤੇ ਯਤਨ ਕਰ ਰਹੀਆਂ ਲੋਕਾਂ ਨੂੰ ਸਮਝਾਉਣ ਲਈ ਕਿ ਹਰ ਸ਼ੁੱਕਰਵਾਰ ਆਪਣੇ ਘਰਾਂ ਦੇ ਵਿੱਚ ਪਾਣੀ ਦੇ ਸਰੋਤਾਂ ਨੂੰ ਸਾਫ਼ ਕਰਕੇ ਸੁਕਾਇਆ ਜਾਵੇ ਔਰ ਬੁਖਾਰ ਦੇ ਜਿਹੜੇ ਕੇਸ ਹਨ ਤੁਰੰਤ ਆਪਣਾ ਸੈਂਪਲ ਸਿਵਲ ਹਸਪਤਾਲ ਫਾਜ਼ਿਲਕਾ ਵਿਖੇ ਦੇਣ। ਰਲ ਮਿਲ ਕੇ ਸਾਰਾ ਜੋ ਫਾਜ਼ਿਲਕਾ ਸ਼ਹਿਰ ਦੇ ਵਸਨੀਕ ਹਨ ਇਹ ਪ੍ਰਸ਼ਾਸਨ ਦਾ ਵੀ ਸਹਿਯੋਗ ਕਰਨ ਤੇ ਰਲ ਮਿਲ ਕੇ ਅਸੀਂ ਉਪਰਾਲਾ ਕਰਕੇ ਡੇਂਗੂ ਬੁਖਾਰ ਦੀ ਰੋਕਥਾਮ ਕਰ ਸਕੀਏ। ਧੰਨਵਾਦ ਜੀ। ਕਿਸ ਤਰ੍ਹਾਂ ਦਾ ਅਭਿਆਨ ਹੈ ਔਰ ਕਿਹੜੇ ਏਰੀਆ ਦੇ ਵਿੱਚ ਅਭਿਆਨ ਚਲਾਇਆ ਜਾ ਰਿਹਾ ਹੈ? ਅੱਜ ਦਾ ਜਿਹੜਾ ਅਭਿਆਨ ਸਪੈਸ਼ਲ ਮਾਨਯੋਗ ਡੀਜੀ ਸਾਹਿਬ ਦੇ ਨਿਰਦੇਸ਼ਾਂ ਤੇ ਸ਼ੁਰੂ ਕੀਤਾ ਗਿਆ ਹੈ। ਇਸ ਦਾ ਮੁੱਖ ਮਕਸਦ ਹੈਗਾ ਵੀ ਲੋਕਾਂ ਨੂੰ ਅਵੇਅਰ ਕਰਨਾ ਡੇਂਗੂ ਪ੍ਰਤੀ। ਤੇ ਅਸੀਂ ਇੱਕ ਸੈਮੀਨਾਰ ਟਾਈਪ ਨੂੰ ਲਗਾ ਰਹੇ ਹਾਂ ਸ਼ਹਿਰ 'ਚ ਵੱਖ-ਵੱਖ ਜਗ੍ਹਾ 'ਤੇ। ਪਹਿਲਾ ਸੈਮੀਨਾਰ ਅਸੀਂ ਲਗਾਇਆ ਸੀ ਰਾਧਾ ਸਵਾਮੀ ਕਲੋਨੀ, ਜਿਹੜਾ ਸਾਡਾ ਹੌਟਸਪੌਟ ਬਣਿਆ ਹੋਇਆ, ਉੱਥੇ ਕਾਫੀ ਕੇਸ ਮਿਲ ਰਹੇ ਡੇਂਗੂ ਦੇ। ਦੂਸਰਾ ਅਸੀਂ ਬਾਰਡਰ ਰੋਡ ਤੇ ਰਾਜਪੂਤ ਧਰਮਸ਼ਾਲਾ ਕੋਲ ਲਗਾਇਆ। ਇਸ ਤਰ੍ਹਾਂ ਅਸੀਂ ਸ਼ਹਿਰ ਵਿੱਚ ਹੋਰ ਵੀ ਜਗ੍ਹਾ 'ਤੇ ਜਾਵਾਂਗੇ ਜੇ ਸਾਰਾ ਹਾਈ ਰਿਸਕ ਏਰੀਆ ਬਣ ਚੁੱਕਿਆ ਹੈ। ਕਿਸ ਤਰ੍ਹਾਂ ਨਾਲ ਜਾਗਰੂਕ ਕੀਤਾ ਜਾ ਰਿਹਾ ਹੈ, ਲੋਕਾਂ ਨੂੰ ਕੀ ਸਮਝਾਇਆ ਜਾ ਰਿਹਾ ਜੀ? ਇਸ ਵਿੱਚ ਅਸੀਂ ਲੋਕਾਂ ਨੂੰ ਡੇਂਗੂ ਤੋਂ ਬਚਾਅ ਦੇ ਤਰੀਕੇ, ਸਾਵਧਾਨੀਆਂ ਬਾਰੇ ਦੱਸ ਰਹੇ ਹਾਂ। ਨਾਲ ਅਸੀਂ ਪੰਫਲੇਟ ਛਪਵਾਏ ਹੋਏ ਨੇ, ਲੋਕਾਂ ਨੂੰ ਉਹ ਦੇ ਰਹੇ ਹਾਂ ਕਿ ਕਿਸ ਤਰ੍ਹਾਂ ਅਸੀਂ ਇਸ ਡੇਂਗੂ ਤੋਂ ਬਚ ਸਕਦੇ ਹਾਂ। ਸਫਾਈ ਨੂੰ ਲੈ ਕੇ ਲੋਕਾਂ ਦੀ ਬੜੀ ਸਮੱਸਿਆ ਆ ਰਹੀ। ਲੋਕ ਕਹਿੰਦੇ ਨੇ ਡੇਂਗੂ ਚੱਲ ਰਿਹਾ, ਮਲੇਰੀਆ ਚੱਲ ਰਿਹਾ, ਲੇਕਿਨ ਸਲਮ ਬਸਤੀਆਂ ਦੇ ਵਿੱਚ ਜਿਹੜੇ ਕੁਛ ਇੱਕ ਏਰੀਏ ਨੇ ਸਲਮ ਏਰੀਆ, ਉਹਨਾਂ ਦੇ ਵਿੱਚ ਸਫਾਈ ਵਿਵਸਥਾ ਦਾ ਬਹੁਤ ਬੁਰਾ ਹਾਲ ਹੈ ਜੀ। ਇਹਨੂੰ ਲੈ ਕੇ ਕੀ ਕਹੋਗੇ? ਦੇਖੋ ਜੀ, ਸਾਡੇ ਵੱਲ ਲਗਾਤਾਰ ਸ਼ਹਿਰ ਦੀ ਸਫਾਈ ਕਰਵਾਈ ਜਾ ਰਹੀ ਹੈ। ਜਿਸ ਕਿਸੇ ਏਰੀਏ 'ਚ ਕੋਈ ਦਿੱਕਤ ਹੈ ਸਾਡੇ ਨਾਲ ਸੰਪਰਕ ਕਰ ਸਕਦਾ ਹੈ। ਫੋਗਿੰਗ ਵੀ ਸਾਡੀਆਂ 3 ਟੀਮਾਂ ਲੱਗੀਆਂ ਹੋਈਆਂ ਨੇ, ਸਵੇਰੇ ਸ਼ਾਮ ਫੋਗਿੰਗ ਕਰ ਰਹੀਆਂ ਨੇ, ਹੈਂਡ ਪੰਪਾਂ ਨਾਲ ਵੀ ਸਪਰੇਅ ਹੋ ਰਿਹਾ ਹੈ। ਬਾਕੀ ਸਾਰੇ ਸ਼ਹਿਰ ਦੀ ਸਫਾਈ ਰੂਟੀਨ ਵਿੱਚ ਡੇਲੀ ਹੋ ਰਹੀ ਹੈ। ਕੁਝ ਖਾਲੀ ਪਲਾਟਾਂ ਦੇ ਵਿੱਚ ਬਹੁਤ ਜ਼ਿਆਦਾ ਕੂੜਾ ਵੇਖਣ ਨੂੰ ਮਿਲ ਰਿਹਾ ਜੀ। ਉਹ ਅਸੀਂ ਪਲਾਟ ਹੋਲਡਰਾਂ ਦੀ ਉਹਨਾਂ ਦੀ ਪਹਿਚਾਣ ਕੀਤੀ ਕਿਸ ਜਗ੍ਹਾ 'ਤੇ, ਉਹਨਾਂ ਨੂੰ ਅਸੀਂ ਨੋਟਿਸ ਦੇ ਕੇ ਚਾਰ ਦੀਵਾਰੀ ਲਈ ਉਹਨਾਂ ਨੂੰ ਵੀ ਕਹਿ ਰਹੇ ਹਾਂ। ਤੁਹਾਡਾ ਜੀ? ਮੇਰਾ ਨਾਮ ਯੁਵਰਾਜ ਬੰਦੇਪੁਰੀ ਹੈ ਜੀ। ਯੁਵਰਾਜ ਜੀ, ਕੀ ਕਹੋਗੇ ਜਿਹੜਾ ਨਗਰ ਕੌਂਸਲ ਨੇ ਅਭਿਆਨ ਸ਼ੁਰੂ ਕੀਤਾ ਇਹ ਜੀ? ਨਗਰ ਕੌਂਸਲ ਵੱਲੋਂ ਇਹ ਬੜਾ ਵਧੀਆ ਅਭਿਆਨ ਚਲਾਇਆ ਗਿਆ ਹੈ ਜੀ ਤੇ ਸਾਨੂੰ ਪਤਾ ਚੱਲ ਰਿਹਾ ਜੀ ਬਚਾਅ ਕਿਵੇਂ ਹੁੰਦਾ ਹੈ ਡੇਂਗੂ ਨਾਲੋਂ, ਮਲੇਰੀਆ ਨਾਲੋਂ
ਤੇ ਮੈਂ ਲੋਕਾਂ ਨੂੰ ਵੀ ਅਪੀਲ ਕਰਾਂਗਾ ਵੀ ਕਮੇਟੀ ਤਾਂ ਆਪਣੇ ਵੱਲੋਂ ਕੰਮ ਕਰਦੀ ਲੋਕਾਂ ਨੂੰ ਵੀ ਅਪੀਲ ਕਰਾਂਗਾ ਵੀ ਉਹ ਵੀ ਸਾਫ਼ ਸਫਾਈ ਰੱਖਣ, ਡਸਟਬਿਨ ਲਾ ਕੇ ਰੱਖਣ, ਡਸਟਬਿਨ ਦੇ ਵਿੱਚ ਆਪਣਾ ਕੂੜਾ ਪਾਣ, ਐਵੇਂ ਖਿਲਾਰਨ ਨਾ ਪਸ਼ੂਆਂ ਨੂੰ, ਕਿਉਂਕਿ ਗੰਦਗੀ ਪਏਗੀ ਤਾਂ ਹੀ ਮੱਛਰ ਪੈਦਾ ਹੋਏਗਾ। ਮੈਂ ਲੋਕਾਂ ਨੂੰ ਇਹ ਅਪੀਲ ਕਰਨਾ ਚਾਹਾਂਗਾ। ਗੌਰਵ ਅਨੇਜਾ ਨਾਮ ਹੈ ਜੀ, ਮੈਂ ਨਗਰ ਕੌਂਸਲ ਦੇ ਸੁਪਰਵਾਈਜ਼ਰ ਹਾਂ। ਕਿਸ ਤਰ੍ਹਾਂ ਨਾਲ ਇਹ ਅਭਿਆਨ ਦੀ ਸ਼ੁਰੂਆਤ ਕੀਤੀ ਗਈ ਔਰ ਕਿਸ ਤਰ੍ਹਾਂ ਲੋਕਾਂ ਨੂੰ ਸਮਝਾ ਰਹੇ ਹੋ ਤੁਸੀਂ? ਅਸੀਂ ਸਰ ਹਰੇਕ ਮਹੱਲੇ 'ਚ ਜੋ ਸਾਡਾ ਏਰੀਆ ਹੈ, ਸਾਨੂੰ 5 ਏਰੀਆ 'ਚ ਵੰਡਿਆ ਹੋਇਆ ਸ਼ਹਿਰ ਨੂੰ, ਹਰੇਕ ਸੁਪਰਵਾਈਜ਼ਰ ਨੂੰ ਇੱਕ ਏਰੀਆ ਮਿਲਿਆ ਹੋਇਆ। ਅਸੀਂ ਘਰਾਂ ਦੇ ਬਾਹਰ ਹਰੇਕ ਘਰ ਦੇ ਜਾ ਕੇ ਉਹਨਾਂ ਨੂੰ ਜਾ ਕੇ ਦੱਸ ਰਹੇ ਹਾਂ ਵੀ ਡੇਂਗੂ ਦੀ ਇਸ ਤਰ੍ਹਾਂ ਖਤਮ ਕਰੋ। ਪੈਂਪਲੇਟ ਹੈਗੇ ਨੇ, ਅਸੀਂ ਉਹਨਾਂ ਦੇ ਦਰਵਾਜ਼ਿਆਂ ਤੇ ਨਾਲ ਚਿਪਕਾ ਕੇ ਆਣੇ ਆ, ਉਹਨਾਂ ਨੂੰ ਜੀ ਨਾਲ ਸਮਝਾ ਕੇ ਆਣੇ ਆ ਵੀ ਪਾਣੀ ਨਾ ਖੜਾ ਹੋਣ ਦਿਓ, ਕਿੱਥੇ ਵੀ ਤੁਹਾਡੇ ਘਰੇ ਪਾਣੀ ਹੈ ਪਾਣੀ ਨਾ ਖੜਾ ਹੋਣ ਦਿਓ। ਤੇ ਹੋਰ ਕੋਈ ਤੁਹਾਨੂੰ ਸਫਾਈ ਦੀ ਪ੍ਰੋਬਲਮ ਹੈ, ਆਹ ਸਾਡਾ ਨੰਬਰ ਹੈ, ਸਾਨੂੰ ਦੱਸੋ, ਨਾਲ ਦੀ ਨਾਲ 24 ਘੰਟੇ ਦੇ ਵਿੱਚ ਤੁਹਾਡੀ ਸਮੱਸਿਆ ਦਾ ਹੱਲ ਹੋਏਗਾ। ਸਿਹਤ ਵਿਭਾਗ ਤੋਂ ਮੇਰੇ ਨਾਲ ਆਏ ਡਾਕਟਰ ਸਾਹਿਬਾਨ, ਨਗਰ ਕੌਂਸਲ ਤੋਂ ਈਓ ਫਾਜ਼ਿਲਕਾ ਅਤੇ ਸਮੂਹ ਨਗਰ ਕੌਂਸਲ ਦਾ ਸਟਾਫ ਅਤੇ ਹਰ ਆਮ ਅਤੇ ਖਾਸ ਦੇ ਧਿਆਨ ਵਿੱਚ ਇਹ ਗੱਲ ਲਿਆਂਦੀ ਜਾਂਦੀ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਇਸ ਏਰੀਏ ਦੇ ਵਿੱਚ ਡੇਂਗੂ ਦੇ ਬੜੇ ਹੀ ਜ਼ਿਆਦਾ ਮਰੀਜ਼ ਜਿਹੜੇ ਨੇ ਸਾਹਮਣੇ ਆਏ ਨੇ। ਇਸੇ ਗੱਲ ਨੂੰ ਧਿਆਨ ਵਿੱਚ ਰੱਖਦਿਆਂ ਹੋਇਆ ਕਿ ਡੇਂਗੂ ਹੌਟਸਪੌਟ ਦੇ ਵਿੱਚ ਵਿਸ਼ੇਸ਼ ਤੌਰ ਤੇ ਇਸ ਵੈਨ ਰਾਹੀਂ ਲੋਕਾਂ ਨੂੰ ਅਵੇਅਰ ਕੀਤਾ ਜਾ ਰਿਹਾ ਹੈ। ਜਿਵੇਂ ਡਾਕਟਰ ਸਾਹਿਬ ਨੇ ਬੜੇ ਹੀ ਸੁਚਾਰੂ ਢੰਗ ਦੇ ਨਾਲ ਤੁਹਾਨੂੰ ਡੇਂਗੂ ਬੁਖਾਰ ਦੇ ਲੱਛਣ ਅਤੇ ਕੀ ਪ੍ਰੀਕਾਸ਼ਨਸ, ਕੀ ਤੁਸੀਂ ਉਪਰਾਲੇ ਕਰਨੇ ਨੇ ਤਾਂ ਕਿ ਜੋ ਆਪਾਂ ਇਸ ਤੋਂ ਬਚ ਸਕੀਏ ਅਤੇ ਆਪਣੇ ਪਰਿਵਾਰ ਨੂੰ ਵੀ ਬਚਾ ਸਕੀਏ, ਉਹ ਦੱਸੇ ਨੇ। ਸੋ ਮੈਂ ਫਿਰ ਤੁਹਾਨੂੰ ਬੇਨਤੀ ਕਰਾਂਗਾ ਕਿ ਜੋ ਅਸੀਂ ਤੁਹਾਨੂੰ ਪੈਂਫਲੇਟ ਦਿੱਤੇ ਨੇ ਇਹਨੂੰ ਚੰਗੀ ਤਰ੍ਹਾਂ ਦੇਖੋ, ਪੜ੍ਹੋ। ਇਹ ਪੈਂਫਲੇਟ ਜਿਹੜੇ ਨੇ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਅਤੇ ਨਗਰ ਕੌਂਸਲ ਵੱਲੋਂ ਸਾਂਝੇ ਤੌਰ ਤੇ ਸਰਵੇ ਕਰਕੇ ਘਰ ਦੇ ਬਾਹਰ ਵੀ ਚਿਪਕਾਏ ਜਾ ਰਹੇ ਨੇ ਤਾਂ ਕਿ ਵੱਧ ਤੋਂ ਵੱਧ ਲੋਕਾਂ ਨੂੰ ਅਵੇਅਰ ਕੀਤਾ ਜਾ ਸਕੇ। ਅਗਰ ਫਿਰ ਵੀ ਕਿਸੇ ਨੂੰ ਤੇਜ਼ ਬੁਖਾਰ ਜਾਂ ਇਸ ਵਿੱਚ ਲਿਖੇ ਹੋਏ ਕੋਈ ਵੀ ਲੱਛਣ ਆਉਂਦੇ ਨੇ ਤਾਂ ਤੁਰੰਤ ਜੋ ਹੈ ਸਿਹਤ ਵਿਭਾਗ ਨਾਲ ਤਾਲਮੇਲ ਕੀਤਾ ਜਾਵੇ, ਸਿਵਲ ਹਸਪੀਟਲ ਦੇ ਵਿੱਚ ਚੈੱਕ ਕਰਵਾਇਆ ਜਾਵੇ, ਉਸ ਦਾ ਡੇਂਗੂ ਦਾ ਟੈਸਟ ਕਰਵਾਇਆ ਜਾਵੇ ਤਾਂ ਜੋ ਉਸ ਦਾ ਇਲਾਜ ਜਿਹੜਾ ਤੁਰੰਤ ਸ਼ੁਰੂ ਹੋ ਸਕੇ। ਹੁੰਦਾ ਕੀ ਹੈ ਕਿ ਕਈ ਵਾਰੀ ਆਪਾਂ ਟ੍ਰੀਟਮੈਂਟ ਲੈਣ ਦੇ ਵਿੱਚ ਦੇਰੀ ਕਰ ਦਿੰਦੇ ਹਾਂ, ਜਿਸ ਕਰਕੇ ਪ੍ਰੋਬਲਮ ਜਿਹੜੀ ਹੈ ਵੱਧ ਜਾਂਦੀ ਹੈ ਤੇ ਫਿਰ ਪੇਸ਼ੈਂਟ ਨੂੰ ਵੀ ਇਸ ਗੱਲ ਦੀ ਮੁਸ਼ਕਲ ਆਉਂਦੀ ਹੈ ਤੇ ਉਸ ਨੂੰ ਕੰਟਰੋਲ ਕਰਨ ਵਿੱਚ ਵੀ ਦਿੱਕਤ ਆਉਂਦੀ ਹੈ। ਪਿਛਲੇ ਕਰੀਬ 1-1.5 ਮਹੀਨੇ ਤੋਂ ਨਗਰ ਕੌਂਸਲ ਵੱਲੋਂ ਅਤੇ ਸਿਹਤ ਵਿਭਾਗ ਵੱਲੋਂ ਸਾਂਝੇ ਤੌਰ ਤੇ ਫੌਗਿੰਗ ਤੇ ਸਪਰੇਅ ਜਿਹੜੀ ਹੈ, ਲਾਰਵਾ ਇਨਸੈਕਟੀਸਾਈਡ ਸਪਰੇਅ ਜਿਹੜੀ ਹੈ ਕੀਤੀ ਜਾ ਰਹੀ ਹੈ। ਇਹ ਜੋ ਸਾਡਾ ਪ੍ਰੋਜੈਕਟ ਹੈ ਇਹ ਕੰਟੀਨਿਊਸਲੀ ਪਿਛਲੇ 1.5-2 ਮਹੀਨਿਆਂ ਤੋਂ ਚੱਲ ਰਿਹਾ ਹੈ। ਪਰੰਤੂ ਫਿਰ ਵੀ ਅਗਰ ਕਿਸੇ ਨਾਗਰਿਕ ਨੂੰ ਲੱਗਦਾ ਹੈ ਕਿ ਸਾਡੇ ਏਰੀਏ ਦੇ ਵਿੱਚ ਕਿਤੇ ਖੜਾ ਹੋਇਆ ਹੈ ਪਾਣੀ, ਜਿੱਥੇ ਲਾਰਵਾ ਦਿਖ ਰਿਹਾ ਹੈ ਜਾਂ ਮੱਛਰ ਦਿਖ ਰਹੇ ਨੇ ਜਾਂ ਜਿਸ ਏਰੀਏ ਨੂੰ ਨਹੀਂ ਕਵਰ ਹੋਇਆ, ਤਾਂ ਉਹ ਤੁਰੰਤ ਜੋ ਹੈ ਨਗਰ ਕੌਂਸਲ ਦੇ ਜੋ ਕਰਮਚਾਰੀ ਸਾਡੇ ਸਰਵੇ ਕਰਨ ਆਉਂਦੇ ਨੇ ਉਹਨਾਂ ਨਾਲ ਤਾਲਮੇਲ ਕਰਕੇ ਉਹਨਾਂ ਨੂੰ ਦੱਸੋ ਤਾਂ ਜੋ ਉੱਥੇ ਵੀ ਸਪਰੇਅ ਕੀਤੀ ਜਾ ਸਕੇ। ਇਸ ਤੋਂ ਇਲਾਵਾ ਕੋਵਿਡ-19 ਦਾ ਅਜੇ ਦੌਰ ਜੋ ਹੈ ਚੱਲ ਰਿਹਾ ਹੈ। ਸੋ ਮੈਂ ਆਪ ਸਭ ਨੂੰ ਫਿਰ ਬੇਨਤੀ ਕਰਾਂਗਾ ਕਿ ਮਾਸਕ ਅਤੇ ਸਮਾਜਿਕ ਦੂਰੀ ਦਾ ਖਾਸ ਧਿਆਨ ਰੱਖਿਆ ਜਾਵੇ। ਪਿਛਲੇ ਤਿਉਹਾਰਾਂ ਦੇ ਸੀਜ਼ਨ ਦੇ ਵਿੱਚ ਦੇਖਣ ਵਿੱਚ ਆਇਆ ਹੈ ਕਿ ਲੋਕਾਂ ਵੱਲੋਂ ਜੋ ਪ੍ਰੀਕਾਸ਼ਨ ਹੈ, ਮਾਸਕ ਦੀ ਪ੍ਰੀਕਾਸ਼ਨ ਖਾਸ ਕਰਕੇ ਉਹ ਨਹੀਂ ਲਿੱਤੀ ਗਈ। ਸੋ ਮੈਂ ਮੁੜ ਬੇਨਤੀ ਕਰਾਂਗਾ ਕਿ ਮਾਸਕ ਨੂੰ ਇਸ ਨੂੰ ਲਾਈਟਲੀ ਨਾ ਲਿੱਤਾ ਜਾਵੇ। ਅਗਰ ਅੱਜ ਆਪਾਂ ਇਸ ਚੀਜ਼ ਤੋਂ ਬਚੇ ਹੋਏ ਹਾਂ ਤਾਂ ਹੀ ਅੱਜ ਆਪਾਂ ਜਿਹੜਾ ਹੈ ਤੁਰ ਫਿਰ ਰਹੇ ਹਾਂ, ਸਾਰਾ ਜਿਹੜਾ ਹੈ ਇੰਜੋਏ ਕਰ ਰਹੇ ਹਾਂ ਇਸ ਲਾਈਫ ਨੂੰ। ਸੋ ਇਹਨਾਂ ਚੀਜ਼ਾਂ ਨੂੰ ਲਾਈਟਲੀ ਨਾ ਲੈਂਦਿਆਂ ਹੋਇਆ ਮਾਸਕ ਦੀ ਤੇ ਸਮਾਜਿਕ ਦੂਰੀ ਦੀ ਜੋ ਪ੍ਰੀਕਾਸ਼ਨ ਪਹਿਲੇ ਦਿਨ ਤੋਂ ਚੱਲ ਰਹੀ ਹੈ ਉਸ ਨੂੰ ਕੰਟੀਨਿਊਸਲੀ ਫੋਲੋ ਕੀਤਾ ਜਾਵੇ ਅਤੇ ਜੋ ਸਾਡੀਆਂ ਟੀਮਾਂ ਚਾਹੇ ਸੈਂਪਲਿੰਗ ਨੂੰ ਲੈ ਕੇ ਚਾਹੇ ਉਹ ਸਰਵੇ ਨੂੰ ਲੈ ਕੇ ਤੁਹਾਡੇ ਘਰ ਜਾਂ ਤੁਹਾਡੇ ਆਸੇ-ਪਾਸੇ ਦੇ ਆਲੇ ਦੁਆਲੇ ਨੂੰ ਵਿਜ਼ਿਟ ਕਰਦੀਆਂ ਨੇ, ਉਹਨਾਂ ਨਾਲ ਕੋਆਪਰੇਟ ਕੀਤਾ ਜਾਵੇ, ਸਹਿਯੋਗ ਦਿੱਤਾ ਜਾਵੇ। ਥੈਂਕ ਯੂ।